बिस्मिल्लाहिर्रहमानिर्रहीम अस्सलामु अलैकुम व रहमतुल्लाहि व बरकातहू। की हाल चाल है जी? ठीक ठाक उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ व ईमान दे विच रखे। अज दे व्लॉग दे विच मैं तुहानूं एक ऐसा दिल खराश वाक़या दसांगा कि जिहड़ा 23 जनवरी नूं रायविंड दे विच पेश आया। एक अपनी सकी मां 2 साला बेटे नूं कतल करके ते ਉਹਦੀ ਲਾਸ਼ ਨੂੰ ਅੱਗ ਲਾ ਆਂਦੀ ਆ। ਫਿਰ ਜਦੋਂ ਮਸਖ ਹੋ ਜਾਂਦੀ ਆ ਲਾਸ਼, ਜਾਨੀ ਪਹਿਚਾਣ ਨਹੀਂ ਹੁੰਦੀ, ਫਿਰ ਉਹਨੂੰ ਖੇਤਾਂ ਦੇ ਵਿੱਚ ਸੁੱਟ ਆਂਦੀ ਆ। ਉਹਦੀ ਕੀ ਵਜ੍ਹਾ ਕਿ ਉਹਨੇ ਆਪਣੇ ਸਕੇ 2 ਸਾਲਾ ਬੇਟੇ ਨੂੰ ਮਾਰਿਆ। ਤੇ ਫਿਰ ਉਹ 5 ਵਜੇ ਆਪਣੇ ਸ਼ੌਹਰ ਨੂੰ ਫੋਨ ਕਰਦੀ ਆ ਕਿ ਆਪਣਾ ਬੇਟਾ ਜਿਹੜਾ ਉਹ ਗੁੰਮ ਗਿਆ, ਅਗਵਾ ਹੋ ਗਿਆ, ਮਿਲ ਨਹੀਂ ਰਿਹਾ, ਤੇ ਰੌਲਾ ਪਾ ਦਿੰਦੀ ਆ, ਡਰਾਮਾ ਰਚਾਉਂਦੀ ਆ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਤੇ ਲਓ ਜੀ, ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ, ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ ਇਸ ਤਰ੍ਹਾਂ ਕਿ ਇਸ ਲੜਕੀ ਦਾ ਨਾਮ ਕਿੰਜ਼ਾ ਹੁੰਦਾ ਔਰ ਇਹਦੇ ਸ਼ੌਹਰ ਦਾ ਨਾਮ ਨਵੀਦ ਹੁੰਦਾ। ਕਿੰਜ਼ਾ ਦੀ ਸ਼ਾਦੀ ਨਵੀਦ ਦੇ ਨਾਲ 3 ਸਾਲ ਪਹਿਲਾਂ ਹੋਈ ਸੀ। 23 ਜਨਵਰੀ ਨੂੰ ਜਿਹੜੀ ਆ ਕਿੰਜ਼ਾ ਆਪਣੇ ਆਸ਼ਿਕ ਇਸਲਾਮ ਨੂੰ ਸੁਨੇਹਾ ਭੇਜਦੀ ਆ ਕਿ ਆਪਾਂ ਦੋਨੋਂ ਸ਼ਾਦੀ ਇਸ ਸੂਰਤ ਦੇ ਵਿੱਚ ਕਰ ਸਕਦੇ ਆ ਕਿ ਇਹ ਜਿਹੜਾ ਬੱਚਾ ਸਭ ਤੋਂ ਬੜੀ ਰੁਕਾਵਟ ਇਸ ਟਾਈਮ ਬਣਿਆ, ਇਹਦਾ ਪਹਿਲਾਂ ਆ ਕੁਝ ਬੰਦੋਬਸਤ ਕਰੀਏ, ਇਹਨੂੰ ਠਿਕਾਣੇ ਲਾਈਏ। ਉਹ ਇਸਲਾਮ ਨੂੰ, ਆਪਣੇ ਆਸ਼ਿਕ ਨੂੰ ਕਿੰਜ਼ਾ ਫੋਨ ਕਰਦੀ ਆ ਕਿ ਮੈਂ ਆਪਣੀ ਨੌਕਰਾਣੀ ਜਿਹੜੀ ਆ ਸਨਾ, ਉਹਦੇ ਜ਼ਰੀਏ ਇਹਨੂੰ ਭੇਜ ਰਹੀ ਆ ਤੇਰੇ ਕੋਲ। 2 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ, ਸਿਰਫ ਉਹ ਰਿੜਦਾ ਹੀ ਹੁੰਦਾ ਨਾ ਹਜੇ, ਤੇ ਤੁਰਨ ਵੀ ਲੱਗ ਪੈਂਦੇ ਨੇ, ਲੇਕਿਨ ਹਜੇ ਉਹ ਕਹਿੰਦੇ ਦੱਸਦੇ ਨੇ ਕਿ ਰਿੜਦਾ ਸੀ। ਤੇ ਉਹ ਆਪਣੀ ਜਿਹੜੀ ਨੌਕਰਾਨੀ ਆ ਸਨਾ, ਉਹਦੇ ਜ਼ਰੀਏ ਉਹ ਇਸਲਾਮ ਕੋ ਪਹੁੰਚਵਾਉਂਦੀ ਆ। ਇਹਨੂੰ ਠਿਕਾਣੇ ਲਾ ਦੇ, ਮਾਰਦੇ ਤਾਂ ਕਿ ਜਿਹੜੀ ਸਾਡੀ ਸ਼ਾਦੀ ਦੇ ਦਰਮਿਆਨ ਰੁਕਾਵਟ ਬਣੀ ਹੋਈ ਆ ਉਹ ਦੂਰ ਹੋ ਜਾਏ। ਸਨਾ ਇਸ ਬੱਚੇ ਨੂੰ ਲੈ ਕੇ ਇਸਲਾਮ ਕੋ ਚਲ ਜਾਂਦੀ ਹੈ। ਇਸਲਾਮ ਉਹਨੂੰ ਮਾਰ ਕੇ ਤੇ ਉਹਨੂੰ ਅੱਗ ਲਾ ਕੇ ਉਹਦੀ ਜਦੋਂ ਲਾਸ਼ ਮਸਖ ਹੋ ਜਾਂਦੀ ਹੈ ਖੇਤਾਂ ਦੇ ਵਿੱਚ ਸੁੱਟ ਆਂਦਾ। ਤੇ ਫਿਰ ਆਪ ਜਿਹੜਾ 5 ਵਜੇ ਸ਼ਾਮ ਨੂੰ 23 ਜਨਵਰੀ ਨੂੰ ਡਰਾਮਾ ਰਚਾਉਂਦੀ ਆ, ਆਪਣੇ ਸ਼ੌਹਰ ਨੂੰ ਨਵੀਦ ਨੂੰ ਫੋਨ ਕਰਦੀ ਆ ਕਿ ਸਾਡਾ ਬੱਚਾ ਨਹੀਂ ਮਿਲ ਰਿਹਾ, ਪਤਾ ਨਹੀਂ ਕਿੱਥੇ ਹੋ ਗਿਆ, ਕੋਈ ਗਟਰਾਂ 'ਚ ਗਿਰ ਗਿਆ, ਕਿਸੇ ਨੇ ਅਗਵਾ ਕਰ ਲਿਆ। ਯਾਨੀ ਡਰਾਮੇਗੀਰੀ ਕਰਦੀ ਆ, ਰੋਂਦੀ ਆ, ਕੁਰਲਾਉਂਦੀ ਆ। ਤੇ ਸ਼ੌਹਰ ਜਿਹੜਾ ਉਹ ਡਿਊਟੀ ਤੋਂ ਵਾਪਸ ਆ ਜਾਂਦਾ। ਸ਼ੌਹਰ ਨਵੀਦ ਜਿਹੜਾ ਉਹ ਜਿਸ ਵੇਲੇ ਵਾਪਸ ਆ ਜਾਂਦਾ ਡਿਊਟੀ ਤੋਂ, ਆ ਕੇ ਫਿਰ ਲੱਭਦੇ ਆ, ਸਾਰੇ ਦੇਖਦੇ ਆ, ਸਾਰੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ, ਇਹ ਉਹ ਸਾਰਿਆਂ ਦੇ ਘਰ ਦੇਖਦੇ ਆ, ਆਂਢੀਆਂ ਗਵਾਂਢੀਆਂ ਦੇ, ਕੋਈ ਗਟਰ ਚੈੱਕ ਕਰਦੇ, ਉਹਦੇ ਹੀ ਤਾਂ ਨਹੀਂ ਗਿਰ ਗਿਆ, ਸਾਰੀਆਂ ਗਲੀਆਂ ਦੇਖਦੇ ਆ, ਉਹਨਾਂ ਨੂੰ ਉਹ ਬੱਚਾ ਨਹੀਂ ਮਿਲਦਾ। ਆਖਰਕਾਰ ਇਹ ਫਿਰ ਪੁਲਿਸ ਕੋਲ ਜਾਂਦੇ ਨੇ ਰਿਪੋਰਟ ਦਰਜ ਕਰਾਉਣ। ਜਿਸ ਵੇਲੇ ਥਾਣੇ ਜਾਂਦੇ ਨੇ, FIR ਦਰਜ ਕਰਾਉਂਦੇ ਨੇ ਕਿ ਸਾਡਾ ਬੱਚਾ ਜਿਹੜਾ ਅਗਵਾ ਹੋ ਗਿਆ, ਨਹੀਂ ਮਿਲ ਰਿਹਾ। ਪੁਲਿਸ ਨੇ FIR ਦਰਜ ਕਰ ਲਈ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਤਹਿਕੀਕਾਤ ਕਰਦੀ ਆ। ਪੁਲਿਸ ਆਂਦੀ ਹੈ, ਇਹਨਾਂ ਦੇ ਘਰ ਆ ਕੇ ਪੁੱਛਦੀ ਆ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ, ਕਿਹਨੇ ਅਗਵਾ ਕੀਤਾ? ਉਹਨਾਂ ਨੇ ਕਿਹਾ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਪੁਲਿਸ ਫਿਰ ਕਹਿੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੇ ਸਾਰੇ ਜਿੰਨੇ ਵੀ ਆ ਫੈਮਿਲੀ ਦੇ ਮੈਂਬਰ, ਉਹਨਾਂ ਦੇ ਮੋਬਾਈਲ ਨੇ, ਉਹਨਾਂ ਨੂੰ ਸਾਨੂੰ ਦਿਓ, ਅਸੀਂ CDR ਕਢਵਾਉਂਦੇ ਆ। ਉਹਨਾਂ ਨੇ ਫਿਰ ਜਿਸ ਵੇਲੇ CDR ਕਢਵਾਈ ਪੁਲਿਸ ਨੇ, ਤੇ ਉਹਨਾਂ ਨੂੰ ਉਹਦੀ ਬੀਵੀ ਤੇ ਸ਼ੱਕ ਹੋਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇਰੀ ਬੀਵੀ ਨੂੰ ਥਾਣੇ ਲੈ ਕੇ ਜਾਣਾ ਔਰ ਫਿਰ ਸਵਾਲ ਜਵਾਬ ਕਰਨੇ ਨੇ। ਤੇ ਉਹ ਫਿਰ ਪੁਲਿਸ ਵਾਲੇ ਉਹਦੀ ਬੀਵੀ ਕਿੰਜ਼ਾ ਨੂੰ ਥਾਣੇ ਲੈ ਗਈ ਤੇ ਉਹਨੂੰ ਦੇਖਿਆ, ਪੁੱਛਿਆ, ਦੱਸਿਆ ਕਿ ਤੂੰ ਦੱਸ, ਇਹ ਆਖਰੀ ਦਿਨ ਇਹ ਜਿਹੜਾ ਬੰਦਾ ਹੈ ਇਹਦੇ ਨਾਲ ਰਾਬਤੇ ਸੀ ਤੇ ਬੜੀ ਦੇਰ ਤੱਕ ਤੂੰ ਇਹਦੇ ਨਾਲ ਗੱਲਾਂ ਕੀਤੀਆਂ, ਇਹ ਬੰਦਾ ਦੱਸ ਕਿੱਥੇ ਆ? ਉਹਨੇ ਫਿਰ ਦੱਸਿਆ ਕਿ ਇਹ ਇਸਲਾਮ ਨਾਮੀ ਬੰਦਾ, ਇਸ ਤਰ੍ਹਾਂ ਇਹ ਮੇਰਾ ਆਸ਼ਿਕ ਆ, ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ, ਲੇਕਿਨ ਇਸ ਸ਼ਾਦੀ ਦੀ ਰਾਹ ਦੇ ਵਿੱਚ ਰੁਕਾਵਟ ਜਿਹੜਾ ਮੇਰਾ ਬੱਚਾ ਸੀ, ਇਸ ਵਾਸਤੇ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਇਸ ਬੱਚੇ ਨੂੰ ਦੂਰ ਕੀਤਾ ਜਾਵੇ। ਅਗਲੀ ਪਲਾਨਿੰਗ ਇਹ ਸੀ ਕਿ ਫਿਰ ਮੈਂ ਲੜ ਕੇ ਆਪਣੇ ਖਾਮਦ ਨਵੀਦ ਕੋਲੋਂ ਤਲਾਕ ਲੈ ਲਾਂਗੀ ਜਾਂ ਫਿਰ ਉਹਦਾ ਵੀ ਖਾਤਮਾ ਕਰ ਦਿੱਤਾ ਜਾਏਗਾ। ਲੇਕਿਨ ਉਹ ਇਸਲਾਮ ਨੂੰ ਪੁਲਿਸ ਨੇ ਕਿੰਜ਼ਾ ਦੇ ਦੱਸਣ ਦੇ ਉੱਤੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਜਾਂਦੀ ਆ, ਉਹਨੂੰ ਪਕੜ ਕੇ ਤੇ ਥਾਣੇ ਲੈ ਆਉਂਦੀ ਆ।
फिर इस्लाम कोलों तफ्तीश की जाती आ, फिर वो जिहड़ी सना आ तीसरा मुलजम ਉਹਨੂੰ भी गिरफ्तार कर लिता जाता। ਤੇ ਫਿਰ ਪੁਲਿਸ ਜਿਹੜੀ ਆ ਇਹਨਾਂ ਦੀ ਤਫਤੀਸ਼ ਕਰਦੀ ਹੈ। ਇਸਲਾਮ ਨੂੰ ਪੁੱਛਿਆ, ਹਾਂ ਭਾਈ ਤੂੰ ਇਹਨੂੰ ਕਿਉਂ ਮਾਰਿਆ? ਇਸਲਾਮ ਨੇ ਦੱਸਿਆ ਕਿ ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਇਹ ਮੇਰੀ ਮਾਸ਼ੂਕ ਸੀ ਤੇ ਲੇਕਿਨ ਉਹ ਬੱਚਾ ਜਿਹੜਾ ਸੀ ਸਾਡੇ ਦਰਮਿਆਨ ਰੁਕਾਵਟ ਬਣਦਾ ਸੀ, ਇਸ ਵਜ੍ਹਾ ਨਾਲ ਅਸੀਂ ਇਹਨੂੰ ਮਾਰ ਦਿੱਤਾ। ਇੱਕ ਇੰਟਰਵਿਊ ਮੀਆਂ ਇਮਰਾਨ ਸਾਹਿਬ ਨੇ ਜਿਹੜੇ ਰਿਪੋਰਟਰ ਨੇ ਉਹਨਾਂ ਨੇ ਇੰਟਰਵਿਊ ਕੀਤਾ ਨਵੀਦ ਦਾ ਉਹਦੇ ਘਰ ਜਾ ਕੇ, ਤੇ ਨਵੀਦ ਦਾ ਇੰਟਰਵਿਊ ਇਹ ਸੀ ਕਿ ਉਹ ਦੱਸਦਾ ਸੀ ਕਿ ਇਹ ਜਿਹੜੀ ਮੇਰੀ ਬੀਵੀ ਆ ਕਿੰਜ਼ਾ ਇਸ ਤੋਂ ਪਹਿਲਾਂ ਵੀ ਦੌੜ ਗਈ ਸੀ, ਲੇਕਿਨ ਮੈਂ ਇਹਨੂੰ ਫਿਰ ਵਾਪਸ ਆਪਣੇ ਘਰ ਰੱਖ ਲਿਆ ਸੀ। ਤੁਸੀਂ ਦੇਖੋ ਉਸ ਨਵੀਦ ਦਾ ਕਿੰਨਾ ਹੌਸਲਾ ਕਿ ਇੱਕ ਦਫਾ ਪਹਿਲਾਂ ਵੀ ਦੌੜ ਗਈ ਸੀ ਲੇਕਿਨ ਇਹਨੇ ਫਿਰ ਵਾਪਸ ਆਪਣੇ ਘਰ ਰੱਖ ਲਈ। ਬੜਾ ਹੌਸਲਾ ਜਿਗਰਾ ਨਵੀਦ ਦਾ। ਨਵੀਦ ਨੇ ਸਮਝਿਆ, ਉਹਨੇ ਸੋਚਿਆ ਕਿ ਹੋ ਸਕਦਾ ਇਹ ਸੁਧਰ ਜਾਏ, ਲੇਕਿਨ ਫਿਰ ਵੀ ਇਹ ਨਾ ਸੁਧਰੀ। ਤੁਸੀਂ ਦੇਖੋ 2 ਸਾਲ ਦਾ ਬੱਚਾ ਸੀ ਜਿਹੜਾ ਸਕਾ ਬੇਟਾ, ਇਹ ਕਿੰਨੀ ਦਰਿੰਦਾ ਸਿਫਤ ਮਾਂ ਸੀ ਜਿਹਨੇ ਉਹਨੂੰ ਮਾਰ ਦਿੱਤਾ। ਉਸ ਤੋਂ ਇਲਾਵਾ ਉਹ ਇੰਟਰਵਿਊ ਦੇ ਵਿੱਚ ਨਵੀਦ ਦੱਸ ਰਿਹਾ ਕਿ ਹਜੇ 1.5 ਮਹੀਨਾ ਰਹਿੰਦਾ ਸੀ ਡਿਲੀਵਰੀ ਨੂੰ। ਹੁਣ ਦੂਜੀ ਔਲਾਦ ਉਹਦੀ ਚੋਰੀਏ ਚ ਇਸ ਟਾਈਮ ਪੇਟ ਚ, ਹਾਂ 1.5 ਮਹੀਨਾ ਰਹਿ ਗਿਆ। ਹੁਣ ਦੂਸਰਾ ਬੱਚਾ ਜਿਹੜਾ ਉਹ ਵੀ ਪੈਦਾ ਹੋਣਾ ਸੀ। ਤੁਸੀਂ ਦੇਖੋ ਕਿ ਹੁਣ ਜਿਹੜਾ ਦੂਸਰਾ ਬੱਚਾ ਉਹ ਜੇਲ੍ਹ ਦੇ ਵਿੱਚ ਪੈਦਾ ਹੋਏਗਾ, ਫਿਰ ਉੱਥੇ ਦੁੱਧ ਪੀਏਗਾ, ਉੱਥੇ ਬੜਾ ਹੋਏਗਾ। ਹੁਣ ਦੇਖੀਏ ਕੇਸ ਚੱਲੇਗਾ, ਇਹਨੂੰ ਸਜ਼ਾ ਕਿੰਨੀ ਹੁੰਦੀ ਆ। ਹੋ ਸਕਦਾ ਕੁਝ ਮਾਫੀ ਹੋ ਜਾਵੇ, ਲੇਕਿਨ ਗੱਲ ਇਹ ਆ ਕਿ ਉਹ ਜਿਹੜਾ 2 ਸਾਲ ਦਾ ਬੱਚਾ ਵਿਚਾਰਾ ਜਿਹਨੂੰ ਹਜੇ ਪਤਾ ਹੀ ਕਿਸੇ ਕਿਸਮ ਦਾ ਨਹੀਂ, ਤੇ ਇਹਨੇ ਉਹਨੂੰ ਮਰਵਾਤਾ ਆਪਣੇ ਆਸ਼ਿਕ ਦੇ ਕੋਲੋਂ। ਹੁਣ ਇਹਦੇ ਵਿੱਚ ਤਿੰਨੇ ਜਿਹੜੇ ਮੁਲਜ਼ਮ ਨੇ ਇਹ ਗ੍ਰਿਫਤਾਰ ਕਰ ਲਏ ਨੇ ਪੁਲਿਸ ਨੇ। ਹੁਣ ਇਹਨਾਂ ਨੂੰ ਦੇਖੀਏ ਕੀ ਸਜ਼ਾ ਹੁੰਦੀ ਆ। ਬੜੀ ਯਾਨੀ ਇੱਕ ਦਰਦਨਾਕ ਕਹਾਣੀ ਆ ਯਾਰ। ਕਿਦਾਂ ਮਾਂ ਦਾ ਹੌਸਲਾ ਪੈਂਦਾ ਹੋਏਗਾ ਜਿਹਨੂੰ ਖੁਦ ਜਨਮ ਦਿੱਤਾ ਹੋਵੇ ਤੇ ਉਹਨੂੰ ਮਾਰ ਦਿੱਤਾ ਜਾਵੇ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਓ ਈਮਾਨ ਦੇ ਵਿੱਚ ਰੱਖੇ। ਅਸਲਾਮੁ ਅਲੈਕੁਮ व रहमतुल्लाहि व बरकातहू।